ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਸਾਖੀ ਜੀਵਨ ਮੁਕਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜੋ ਡਾਕਟਰ ਰਸ਼ਪਾਲ ਸਿੰਘ ਜੀ ਪਿੰਡ ਕੈਲੇ ਕਲਾਂ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲਿਆਂ ਦੁਆਰਾ ਲਿਖੀ ਗਈ ਹੈ। ਸਾਧ ਸੰਗਤ ਜੀ, ਅਸੀਂ ਜੀਵਨ ਮੁਕਤ ਸਾਖੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਡਾਕਟਰ ਰਸ਼ਪਾਲ ਸਿੰਘ ਜੀ ਦੁਆਰਾ 4 ਸਾਖੀਆਂ ਪਹਿਲਾਂ ਵੀ ਲਿਖੀਆਂ ਗਈਆਂ ਹਨ, ਜਿਨ੍ਹਾਂ ਦਾ ਨਾਮ ਸੰਤ ਕਾ ਮਾਰਗ, ਸੱਚ ਚੰਦਰਮਾ, ਜਿਨ੍ਹਾਂ ਨਾ ਵਿਸਰੇ ਨਾਮ ਅਤੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਨ। ਡਾਕਟਰ ਰਸ਼ਪਾਲ ਸਿੰਘ ਜੀ ਨੇ ਇਸ ਸਾਖੀ ਨੂੰ 2 ਭਾਗਾਂ ਵਿੱਚ ਵੰਡਿਆ ਹੋਇਆ ਹੈ। ਇਸ ਸਾਖੀ ਦਾ ਪਹਿਲਾ ਭਾਗ ਘੁੰਮਣਾ ਵਾਲੇ ਸੰਤ ਜੀ ਦੇ ਜੀਵਨ ਦਰਸ਼ਨ ਨਾਲ ਸੰਬੰਧਿਤ ਹੈ ਅਤੇ ਦੂਜਾ ਭਾਗ ਨਿਸ਼ਕਾਮ ਕੀਰਤਨੀ ਜਥੇ ਦੀ ਵਿਚਾਰਧਾਰਾ ਨਾਲ ਸੰਬੰਧਿਤ ਹੈ। ਸਾਧ ਸੰਗਤ ਜੀ, ਡਾਕਟਰ ਰਸ਼ਪਾਲ ਸਿੰਘ ਜੀ ਇਸ ਸਾਖੀ ਵਿੱਚ ਲਿਖਦੇ ਹਨ ਕਿ ਅਪ੍ਰੈਲ 1967 ਈਸਵੀ, ਅੱਜ ਤੋਂ 54 ਸਾਲ ਪਹਿਲਾਂ, ਜਦੋਂ ਉਹਨਾਂ ਦੀ ਉਮਰ ਮਸਾਂ 12 ਕੁ ਸਾਲ ਦੀ ਸੀ, ਜਦੋਂ ਸੰਤ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲੇ ਮਹਾਂਪੁਰਖਾਂ ਨੇ ਉਹਨਾਂ ਨੂੰ ਆਪਣੇ ਕੋਲ ਪਿਆਰ ਨਾਲ ਬਿਠਾ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਉਹਨਾਂ ਕੋਲੋਂ ਜ਼ੁਬਾਨੀ ਸੁਣਿਆ। ਸੰਤ ਜੀ ਦੇ ਕੋਲ ਉਸ ਵੇਲੇ ਲਗਭਗ 150 ਤੋਂ 200 ਦੀ ਗਿਣਤੀ ਵਿੱਚ ਸੰਗਤ ਬੈਠੀ ਹੋਈ ਸੀ। ਭਰੀ ਸੰਗਤ ਵਿੱਚ ਸੰਤ ਜੀ ਨੇ ਦਾਸ ਨੂੰ ਪਿਆਰ ਕੀਤਾ, ਸ਼ਾਬਾਸ਼ ਦਿੱਤੀ ਤੇ ਉਹਨਾਂ ਨੂੰ ਗਲਵੱਕੜੀ ਪਾ ਕੇ ਉਹਨਾਂ ਦੇ ਪਿੰਡੇ ਤੇ ਹੱਥ ਫੇਰਦਿਆਂ ਹੋਇਆਂ ਬਚਨ ਕੀਤਾ, ਬੱਚੂ, ਜਪਜੀ ਸਾਹਿਬ ਨੂੰ ਹੁਣ ਭੁਲਾਉਣਾ ਨਹੀਂ। ਜਿੰਨੀ ਵਾਰ ਵੀ ਵੱਧ ਤੋਂ ਵੱਧ ਕਰ ਸਕੋ ਜਪਜੀ ਸਾਹਿਬ ਦੇ ਪਾਠ ਕਰਦੇ ਰਿਹਾ ਕਰੋ। ਰਾਤ ਨੂੰ ਵੀ ਜਾਗ ਆਵੇ ਤਾਂ ਉੱਠ ਕੇ ਬੈਠ ਕੇ ਵੀ ਜਪਜੀ ਸਾਹਿਬ ਪੜ੍ਹਦੇ ਰਿਹਾ ਕਰੋ। ਹੋਰ ਵੀ ਵੱਧ ਤੋਂ ਵੱਧ ਗੁਰਬਾਣੀ ਕੰਠ ਕਰਨੀ ਹੈ। ਕੰਠ ਕੀਤੀ ਗੁਰਬਾਣੀ ਜੀਵਨ ਦੇ ਨਾਲ ਰੱਬੀ ਦਰਗਾਹ ਤੱਕ ਜਾਂਦੀ ਹੈ। ਦਿਨੇ ਰਾਤ ਸਤਨਾਮ ਵਾਹਿਗੁਰੂ ਜਪਦੇ ਰਹਿਣਾ। ਮਲ ਭੱਖ ਖਾਣੇ ਨਹੀਂ ਖਾਣੇ। ਗੁਰਦੁਆਰੇ ਜਾਇਆ ਕਰੋ ਦੋਵੇਂ ਵੇਲੇ। ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਗੁਰੂ ਹਨ। ਇਸ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਮੰਨਣਾ। ਖੰਡੇ ਬਾਟੇ ਦੀ ਪਹੁਲ ਛਕੋ, ਨਾਮ ਜਪੋ, ਸੱਚ ਬੋਲੋ, ਧਰਮ ਦੀ ਕਿਰਤ ਕਰੋ। ਬਾਬਾ ਗੁਰੂ ਨਾਨਕ ਜੀ ਤੁਹਾਡੇ ਨਾਲ ਹੈ। ਇਸ ਤੋਂ ਜ਼ਿੰਦਗੀ ਵਿੱਚ ਕਈ ਉਤਾਰ ਚੜ੍ਹਾਅ ਆਏ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਹਫ਼ਤੇ ਵਿੱਚ 2 ਵਾਰੀ ਘੁੰਮਣੀ ਆ ਕੇ ਬਾਬਾ ਜੀ ਦੀ ਸੰਗਤ ਵੀ ਕਰ ਜਾਣੀ। ਇਸ ਪੁਸਤਕ ਰਚਨਾ ਦਾ ਮੂਲ ਮੰਤਵ ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਦੇ ਜੀਵਨ ਦਰਸ਼ਨ ਰਾਹੀਂ ਗੁਰਮਤਿ ਪ੍ਰੇਮੀਆਂ ਵਿੱਚ ਗੁਰਬਾਣੀ ਪੜ੍ਹਨ, ਸੁਣਨ ਅਤੇ ਵਿਚਾਰਨ ਪ੍ਰਤੀ ਚਾਉ ਪੈਦਾ ਕਰਕੇ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਗਾਉਣ ਲਈ ਯਤਨ ਕਰਨਾ ਹੈ। ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਜੀ ਦੇ ਸਾਦਗੀ ਭਰਿਆ ਜੀਵਨ ਬਤੀਤ ਕਰਦੇ ਹੋਏ ਸਵਾਸ ਨਾਮ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ। ਗੁਰਬਾਣੀ ਹੀ ਉਹਨਾਂ ਦੀ ਜਿੰਦ ਜਾਨ ਸੀ। ਉਹਨਾਂ ਦਾ ਤਨ ਮਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਸਮਰਪਿਤ ਸੀ। ਉਹਨਾਂ ਨੇ ਆਪਣੀ ਸਾਰੀ ਉਮਰ ਨਾ ਤਾਂ ਕਿਸੇ ਤੋਂ ਪੈਰੀ ਹੱਥ ਲਵਾਇਆ ਅਤੇ ਨਾ ਹੀ ਮਾਇਆ ਰਖਵਾ ਕੇ ਲੋਕਾਂ ਤੋਂ ਮੱਥਾ ਟਿਕਵਾਇਆ। ਮਹਾਂਪੁਰਖਾਂ ਦੀ ਪਾਵਨ ਮਿੱਠੀ ਯਾਦ ਵਿੱਚ ਹਰ ਸਾਲ 13 ਤੋਂ 15 ਅਕਤੂਬਰ ਅਤੇ 23 ਤੋਂ 25 ਅਕਤੂਬਰ ਪਿੰਡ ਨਿੱਕੇ ਘੁੰਮਣ ਗੁਰਦਾਸਪੁਰ ਵਿਖੇ ਸੰਗਤਾਂ ਦਾ ਭਾਰੀ ਇਕੱਠ ਜੋੜ ਹੁੰਦਾ ਹੈ। ਧਾਰਮਿਕ ਦੀਵਾਨ ਸੱਜਦੇ ਹਨ, ਕੀਰਤਨ ਹੁੰਦਾ ਹੈ, ਗੁਰਮਤਿ ਵਿਚਾਰਾਂ ਹੁੰਦੀਆਂ ਹਨ ਅਤੇ ਪੰਥ ਪ੍ਰਸਿੱਧ ਢਾਡੀਆਂ ਰਾਗੀਆਂ ਵੱਲੋਂ ਗੁਰੂ ਜਸ ਸੁਣਾਇਆ ਜਾਂਦਾ ਹੈ। ਅੰਮ੍ਰਿਤ ਸੰਚਾਰ ਵੀ ਹੁੰਦਾ ਹੈ। ਗੁਰੂ ਜੀ ਦੇ ਅਟੁੱਟ ਲੰਗਰ ਚੱਲਦੇ ਹਨ। ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਗੁਰਮਤਿ ਪ੍ਰੇਮੀ ਮਹਾਂਪੁਰਖਾਂ ਦੇ ਇਸ ਚਰਨ ਛੋਹ ਬੰਦਗੀ ਸਥਾਨ ਤੇ ਨਤਮਸਤਕ ਹੋ ਕੇ ਆਪਣੇ ਵੱਡੇ ਭਾਗ ਸਮਝਦੇ ਹਨ। ਇਸ ਦੇ ਇਲਾਵਾ ਸੰਤ ਜੀ ਦੀ ਯਾਦ ਵਿੱਚ ਬਹੁਤ ਸਾਰੀਆਂ ਕਾਰਜ ਕਿਰਿਆਵਾਂ, ਸੇਵਾਵਾਂ ਵੀ ਚੱਲ ਰਹੀਆਂ ਹਨ, ਜਿਵੇਂ ਬਿਰਧ ਆਸ਼ਰਮ, ਸੰਤ ਕੰਟੀਨ, ਲੜਕੀਆਂ ਲਈ ਡਿਗਰੀ ਕਾਲਜ, ਹੋਸਟਲ, ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ, ਫੁੱਟਬਾਲ, ਹਾਕੀ ਅਤੇ ਸੰਗੀਤ ਅਕੈਡਮੀਆਂ ਵੀ ਚੱਲ ਰਹੀਆਂ ਹਨ। ਨਿਸ਼ਕਾਮ ਕੀਰਤਨੀ ਜਥੇ ਵੱਲੋਂ ਵੀ ਗੁਰਮਤਿ ਦੇ ਵਿਚਾਰ ਅਤੇ ਪ੍ਰਸਾਰ ਲਈ ਦਿਨ ਰਾਤ ਸਿਰ ਤੋੜ ਪ੍ਰਯਤਨ ਕੀਤੇ ਜਾ ਰਹੇ ਹਨ। ਆਓ ਸਾਧ ਸੰਗਤ ਜੀ, ਇਸ ਸਾਖੀ ਵਿੱਚ ਲਿਖੇ ਅਨੁਸਾਰ ਬਾਬਾ ਜੀ ਦੀ ਜੀਵਨੀ ਬਾਰੇ ਗੱਲ ਕਰਦੇ ਹਾਂ। ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਜੀ ਇੱਕ ਪੇਂਡੂ ਕਿਸਾਨ ਘਰਾਣੇ ਵਿੱਚ ਜਨਮ ਲੈ ਕੇ ਨਾਮ ਸਿਮਰਨ ਅਤੇ ਗੁਰਬਾਣੀ ਦੀ ਬਰਕਤ ਸਦਕਾ ਅਜਿਹੀ ਉੱਚ ਅਧਿਆਤਮਕ ਅਵਸਥਾ ਵਿੱਚ ਪ੍ਰਵੇਸ਼ ਕਰ ਗਏ ਕਿ ਲੋਕਾਈ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਦੀ ਸੰਖਿਆ ਦੁਆਰਾ ਸਤਿਕਾਰਿਆ ਅਤੇ ਪ੍ਰਚਾਰਿਆ।
ਭਾਵੇਂ ਭਜਨ ਬੰਦਗੀ ਵਾਲੇ ਉੱਚ ਅਧਿਆਤਮਕ ਅਵਸਥਾ ਵਿੱਚ ਵਿਚਰਨ ਵਾਲੇ ਮਹਾਂਪੁਰਖਾਂ ਨੂੰ ਕਿਸੇ ਵੀ ਨਾਮ ਨਾਲ ਯਾਦ ਕੀਤਾ ਜਾਵੇ, ਉਹਨਾਂ ਦੀ ਪ੍ਰਕਿਰਤੀ ਵਿੱਚ ਕੋਈ ਫਰਕ ਨਹੀਂ ਪੈਂਦਾ। ਸੰਤ ਬਾਬਾ ਹਜ਼ਾਰਾ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਗੁਰਮਤਿ ਅਨੁਸਾਰ ਜੀਵਿਆ। ਘਾਲ ਖਾਏ ਸੁਕਿਤਰ ਕਰੇ ਅਨੁਸਾਰ, ਹੱਥੀਂ ਖੂਬ ਕਿਰਤ ਕੀਤੀ। ਗ੍ਰਹਿਸਥ ਜੀਵਨ ਵਿੱਚ ਵਿਚਰਦਿਆਂ ਹੋਇਆਂ ਵੀ ਅਕਾਲ ਪੁਰਖ ਨਾਲ ਜੁੜੇ ਰਹੇ। ਉਹਨਾਂ ਨੂੰ ਬਹੁਤ ਸਾਰੀ ਗੁਰਬਾਣੀ ਜ਼ੁਬਾਨੀ ਕੰਠ ਸੀ। ਕੰਮਕਾਰ ਕਰਦਿਆਂ ਵੀ ਉਹ ਬਾਣੀ ਪੜ੍ਹਦੇ ਰਹਿੰਦੇ ਅਤੇ ਸਵਾਸ ਪ੍ਰਭੂ ਸਿਮਰਨ ਕਰਦੇ ਰਹਿੰਦੇ ਸਨ। ਉਹਨਾਂ ਦਾ ਸਾਰਾ ਜੀਵਨ ਸਾਦਗੀ ਅਤੇ ਸਦਾਚਾਰਕ ਗੁਣਾਂ ਨਾਲ ਭਰਪੂਰ ਸੀ। ਉਹਨਾਂ ਦੀ ਸੰਗਤ ਵਿੱਚ ਜੋ ਆਇਆ ਉਹ ਸਦਾ ਲਈ ਗੁਰੂ ਘਰ ਨਾਲ ਜੁੜ ਗਿਆ। ਸੰਤ ਜੀ ਨੇ ਸਾਰੀ ਉਮਰ ਨਾ ਕਿਸੇ ਤੋਂ ਮਾਇਆ ਦੀ ਭੇਟਾ ਪ੍ਰਵਾਨ ਕੀਤੀ ਤੇ ਨਾ ਹੀ ਉਹਨਾਂ ਦੀ ਇੱਛਾ ਸੀ ਕਿ ਲੋਕ ਉਹਨਾਂ ਦੇ ਚਰਨ ਪਰਸਨ। ਉਹਨਾਂ ਨੇ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਅਤੇ ਉਪਦੇਸ਼ ਕੀਤਾ ਕਿ ਸਭ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਆਓ ਪਿਆਰੀ ਸਾਧ ਸੰਗਤ ਜੀ, ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਆਰੰਭਿਕ ਜੀਵਨ ਬਾਰੇ ਵਿਚਾਰ ਕਰਦੇ ਹਾਂ। ਸਰਵ ਉੱਚ ਅਧਿਆਤਮਿਕ ਅਵਸਥਾ ਵਿੱਚ ਪਹੁੰਚੇ ਹੋਏ ਅਤੇ ਸਦੀਵੀ ਰੱਬੀ ਰਜਾ ਵਿੱਚ ਵਿਚਰਨ ਵਾਲੇ ਬ੍ਰਹਮ ਗਿਆਨੀ ਹਜ਼ਾਰਾ ਸਿੰਘ ਜੀ ਘੁੰਮਣਾ ਵਾਲਿਆਂ ਜਿਹੀ ਮਹਾਨ ਸ਼ਖਸੀਅਤ ਦੀ ਜੀਵਨੀ ਅਤੇ ਅਗਾਧ ਬੋਧ ਕਾਰਨਾਮਿਆਂ ਨੂੰ ਕਲਮਬੱਧ ਕਰਨਾ ਕਿਸੇ ਵੱਸ ਦੀ ਗੱਲ ਨਹੀਂ। ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ, ਮਹਾਕਾਵ ਅਨੁਸਾਰ ਜਿੰਨੀ ਕੁ ਬੌਧਿਕ ਅਤੇ ਭਾਸ਼ਾਈ ਪ੍ਰਗਟਾ ਸਮਰੱਥਾ ਅਕਾਲ ਪੁਰਖ ਨੇ ਬਖਸ਼ਿਸ਼ ਕੀਤੀ, ਉਹਨਾਂ ਕੋ ਪ੍ਰਯਤਨ ਜ਼ਰੂਰ ਹੋਇਆ ਹੈ। ਤਪ ਅਸਥਾਨ ਦਾ ਮੁੱਢ। ਜਿੱਥੇ ਅੱਜ ਕੱਲ੍ਹ ਤਪ ਅਸਥਾਨ 7 ਮੰਜ਼ਲਾ ਗੁਰਦੁਆਰਾ ਹੈ, 10 ਅਪ੍ਰੈਲ 1930 ਈਸਵੀ ਵਿੱਚ ਇੱਥੇ ਸਰੋਵਰ ਦੇ ਕੰਢੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਨੇ ਇੱਕ ਕੱਚਾ ਜਿਹਾ ਕੋਠਾ ਪਾ ਕੇ ਉਸ ਵਿੱਚ ਲੱਕੜ ਦਾ ਵੱਡਾ ਸਾਰਾ ਤਖਤਪੋਸ਼ ਲਗਵਾ ਲਿਆ ਅਤੇ ਸਾਧ ਸੰਗਤ ਦੇ ਇਕੱਤਰ ਹੋਣ, ਨਾਮ ਅਭਿਆਸ ਲਈ ਇਸ ਮਹਾਨ ਕੇਂਦਰ ਦਾ ਮੁੱਢ ਬੰਨਿਆ। ਗੁਰਬਾਣੀ ਪ੍ਰੇਮੀਆਂ ਨੇ ਇੱਥੇ ਆ ਕੇ ਬੈਠ ਕੇ ਗੁਰਬਾਣੀ ਪੜ੍ਹਨੀ, ਮਨ ਚਿੱਤ ਇਕਾਗਰ ਕਰਕੇ ਨਾਮ ਸਿਮਰਨ ਦੇ ਅਭਿਆਸ ਕਰਨੇ। ਆਰੰਭਕ ਸਮੇਂ ਤੋਂ ਹੀ ਅਰਥਾਤ ਬਚਪਨ ਤੋਂ ਹੀ ਸੰਤ ਜੀ ਦੀ ਸੁਰਤੀ ਨਾਮ ਸਿਮਰਨ ਵੱਲ ਸਦਾ ਹੀ ਟਿਕੀ ਰਹਿੰਦੀ ਸੀ ਅਤੇ ਮਨ ਦੇ ਚਿਹਰੇ ਦਾ ਖਿੜਾਓ ਬਣਿਆ ਰਹਿੰਦਾ ਸੀ। ਸੰਤ ਜੀ ਦੀ ਬਿਰਤੀ ਸਭ ਨਾਲੋਂ ਵੱਧ ਲੱਗਦੀ ਸੀ। ਗੁਰੂ ਸ਼ਬਦ ਨਾਲ ਅਜਿਹੀ ਸੁਰਤ ਜੋੜਨੀ ਕਿ 8-8, 10-10 ਘੰਟੇ ਨਾਮ ਸਿਮਰਨ ਦੀ ਬਿਰਤੀ ਟਿਕਾਈ ਰੱਖਣੀ, ਸਵਾਸਾਂ ਦੀ ਅਮੋਲਕ ਪੂੰਜੀ ਨੂੰ ਪ੍ਰਭੂ ਚਰਨਾਂ ਨਾਲ ਸਪਰਸ਼ ਕਰਦੇ ਰਹਿਣਾ, ਸਾਰੀ ਰਾਤ ਨਾਮ ਜਪਦੇ ਰਹਿਣਾ, ਨਾ ਬੁੱਲ ਹਿੱਲਣਾ ਨਾ ਜੀਭ ਹਿੱਲਣੀ, 8 ਪਹਿਰ ਪ੍ਰਭੂ ਨਾਲ ਸੁਰਤੀ ਟਿਕਾਈ ਰੱਖਣੀ ਸੰਤ ਜੀ ਦਾ ਨਿੱਤ ਦਾ ਕਰਮ ਬਣ ਗਿਆ ਸੀ। ਭਾਵੇਂ ਦਿਨੇ ਆਓ ਭਾਵੇਂ ਅੱਧੀ ਰਾਤ ਨਾਲ ਸੰਤ ਜੀ ਇੱਕੋ ਇਲਾਹੀ ਨੂਰ ਵਿੱਚ ਰੰਗੇ ਹੀ ਰਹਿੰਦੇ ਸਨ। ਅਲਪ ਆਹਾਰ ਸੁਲਪ ਸੀ ਨਿੰਦਰਾ ਉਹਨਾਂ ਦਾ ਨਿੱਤ ਕਰਮ ਸੀ। ਨੀਂਦਰ ਰੂਪ ਵਿੱਚ ਮਹਾਂਪੁਰਖਾਂ ਨੂੰ ਕਦੇ ਵੀ ਨਹੀਂ ਸੀ ਦੇਖਿਆ ਕਿਸੇ ਨੇ। ਨਾਮ ਪ੍ਰੇਮੀਆਂ ਅਤੇ ਗੁਰਬਾਣੀ ਪ੍ਰੇਮੀਆਂ ਨਾਲ ਉਹਨਾਂ ਦੀ ਅਨਿੱਖੜ ਸਾਂਝ ਸੀ। ਜੋ ਵੀ ਆਉਂਦਾ ਸੰਤ ਜੀ ਦੇ ਨੂਰੀ ਚਿਹਰੇ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ। ਚਿਹਰਾ ਦਗ ਕਰਦਾ ਸੀ ਜਿਵੇਂ ਸਿਖਰ ਦੁਪਹਿਰੇ ਸੂਰਜ ਚਮਕ ਰਿਹਾ ਹੋਵੇ। ਖੁਸ਼ੀਆਂ ਖੇੜਿਆਂ ਦੀ ਮੁਸਕਰਾਹਟ ਅਰਥਾਤ ਜਿਸ ਨੂੰ ਗੁਰਬਾਣੀ ਵਿੱਚ ਮਹਾ ਆਨੰਦ ਕਿਹਾ ਗਿਆ ਹੈ, ਉਸ ਅਵਸਥਾ ਦੇ ਧਾਰਨੀ ਸਨ ਸੰਤ ਘੁੰਮਣਾ ਵਾਲੇ। ਸਦੀਵੀ ਰੱਬੀ ਪ੍ਰੇਮ ਵਿੱਚ ਰੰਗੇ ਹੋਏ ਖਿੜੇ ਚਿਹਰੇ ਦੇ ਦਰਸ਼ਨ ਕਰਕੇ ਸ਼ਰਧਾਲੂਆਂ ਵਿੱਚ ਆਤਮਿਕ ਉਤਸ਼ਾਹ ਜਾਗਰਿਤ ਹੁੰਦਾ ਸੀ। ਸੰਤ ਜੀ ਦੀ ਸੰਗਤ ਵਿੱਚ ਬੈਠ ਕੇ ਸੱਚਮੁੱਚ ਬੇਗਮਪੁਰਾ ਅਰਥਾਤ ਬੈਕੁੰਠ ਧਾਮ ਦੇ ਦਰਸ਼ਨ ਹੁੰਦੇ ਸਨ। ਸੰਤ ਜੀ ਆਪਣੇ ਮੂੰਹ ਵਿੱਚੋਂ ਬਹੁਤ ਹੀ ਘੱਟ ਬਚਨ ਕਰਦੇ ਸਨ, ਪਰ ਜੋ ਵੀ ਬਚਨ ਮਹਾਂਪੁਰਖਾਂ ਦੇ ਮੂੰਹੋਂ ਨਿਕਲਦਾ ਸਾਧ ਬਚਨ ਅਟਲਾਦਾ ਹੋ ਨਿਬੜਦਾ ਸੀ। ਇਸ ਅਸਥਾਨ ਤੇ ਹਰ ਰੋਜ਼ ਜਪਜੀ ਸਾਹਿਬ, ਆਨੰਦ ਸਾਹਿਬ, ਜਾਪ ਸਾਹਿਬ, ਚੌਪਈ ਸਾਹਿਬ, ਆਸਾ ਦੀ ਵਾਰ, ਦਸਮ ਗ੍ਰੰਥ, ਵਾਰਾਂ ਭਾਈ ਗੁਰਦਾਸ, ਭਗਤ ਮਾਲਾ, ਜਨਮ ਸਾਖੀਆਂ ਅਤੇ ਗੁਰਬਾਣੀ ਦੀਆਂ ਸਟੀਕ ਪੋਥੀਆਂ ਪੜ੍ਹੀਆਂ ਅਤੇ ਸੁਣਾਈਆਂ ਜਾਂਦੀਆਂ ਸਨ। ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਹੁੰਦੇ ਸਨ। ਹੌਲੀ ਹੌਲੀ ਇਸ ਡੇਰੇ ਵਿਖੇ ਗੁਰਮਤਿ ਪ੍ਰੇਮੀਆਂ ਦੀ ਗਿਣਤੀ ਵੱਧਦੀ ਗਈ। ਜਿਹੋ ਜਿਹੀ ਕੋਈ ਭਾਵਨਾ ਲੈ ਕੇ ਆਉਂਦਾ, ਨਾਮ ਅਤੇ ਗੁਰਬਾਣੀ ਦੀ ਬਰਕਤ ਸਦਕਾ ਪੂਰੀ ਹੋਣ ਲੱਗੀ। ਸੰਤ ਜੀ ਦੇ ਇਸ ਸਿਮਰਨ ਅਸਥਾਨ 'ਤੇ ਦਿਨੋਂ ਦਿਨ ਸੰਗਤਾਂ ਦੀਆਂ ਭੀੜਾਂ ਵਧਣੀਆਂ ਸ਼ੁਰੂ ਹੋ ਗਈਆਂ। ਸੰਤ ਘੁੰਮਣਾ ਵਾਲਿਆਂ ਨੇ ਸਾਰੀ ਉਮਰ ਆਪਣੇ ਆਪ ਨੂੰ ਜਨਾਇਆ ਨਹੀਂ, ਆਪਣੀ ਵਡਿਆਈ ਨਹੀਂ ਕਰਵਾਈ, ਆਪਣੇ ਆਪ ਨੂੰ ਸਦਾ ਹੀ ਨੀਵਾਂ ਅਖਵਾਉਂਦੇ ਰਹੇ ਹਨ।
ਕਦੇ ਕਿਸੇ ਤੋਂ ਪੈਰਾਂ ਨੂੰ ਹੱਥ ਨਹੀਂ ਸਨ ਲਗਵਾਉਂਦੇ, ਕਿਸੇ ਤੋਂ ਮਾਇਆ ਵੀ ਨਹੀਂ ਸਨ ਲੈਂਦੇ। ਇਸ ਪ੍ਰਕਾਰ ਸੰਗਤ ਆਪ ਜੀ ਦੇ ਡੇਰੇ ਦਿਨੋਂ ਦਿਨ ਵੱਧਦੀ ਗਈ। ਆਪ ਦਾ ਜਸ ਦੂਰ ਦੂਰ ਤੱਕ ਫੈਲ ਗਿਆ। ਆਪ ਜੀ ਦੇ ਮੂੰਹ ਵਿੱਚੋਂ ਕੱਢਿਆ ਬਚਨ ਪੂਰਾ ਹੋ ਜਾਂਦਾ ਸੀ। ਜਿਹੋ ਜਿਹੀ ਕੋਈ ਅਭਿਲਾਸ਼ਾ ਸ਼ਰਧਾ ਲੈ ਕੇ ਆਉਂਦਾ, ਇਸ ਡੇਰੇ ਤੇ ਆ ਕੇ ਪੂਰੀ ਹੋ ਜਾਂਦੀ ਸੀ। ਅਕਾਲ ਪੁਰਖ ਨੇ ਜਨ ਕਾ ਜੈਕਾਰ ਕਰਾਈ ਅਨੁਸਾਰ ਆਪਣੇ ਸੇਵਕ ਦੀ ਜੈ ਜੈਕਾਰ ਕਰਵਾਉਣੀ ਸ਼ੁਰੂ ਕਰ ਦਿੱਤੀ। ਇਹ ਤਪ ਅਸਥਾਨ ਸਮੂਹ ਸ਼ਰਧਾਲੂਆਂ ਅਤੇ ਸੰਗਤਾਂ ਲਈ ਇੱਕ ਪਵਿੱਤਰ ਅਸਥਾਨ ਬਣ ਗਿਆ। ਬਾਬਾ ਜੀ ਦੇ ਡੇਰੇ ਵਿੱਚ ਮਾਇਆ ਦੀ ਭੇਟਾ ਕਦੇ ਵੀ ਪ੍ਰਮਾਣ ਨਹੀਂ ਸੀ ਕੀਤੀ ਜਾਂਦੀ। ਸੰਗਤਾਂ ਵੱਲੋਂ ਘਰਾਂ ਤੋਂ ਪਕਾ ਕੇ ਲਿਆਂਦਾ ਹੋਇਆ ਲੰਗਰ ਸੰਗਤ ਵਿੱਚ ਹੀ ਵਰਤਾ ਦਿੱਤਾ ਜਾਂਦਾ ਸੀ। ਸੰਗਤਾਂ ਦੀ ਆਵਾਜਾਈ ਕਾਰਨ ਰਾਤ ਦਿਨ ਗੁਰੂ ਕਾ ਲੰਗਰ ਚੱਲਦਾ ਰਹਿੰਦਾ ਸੀ। ਆਈ ਸੰਗਤ ਨੂੰ ਮਿੱਠੀ ਲੱਸੀ ਛਕਾਈ ਜਾਂਦੀ ਸੀ। ਦਿਨ ਰਾਤ ਗੁਰਬਾਣੀ ਪ੍ਰਵਾਹ ਸਦਕਾ ਇਹ ਲੱਸੀ ਪਵਿੱਤਰ ਜਲ ਬਣ ਕੇ ਤਪਦੇ ਹਿਰਦਿਆਂ ਨੂੰ ਠੰਡ ਪਾਉਂਦੀ ਸੀ। ਨਿਰੋਲ ਅਧਿਆਤਮਿਕ ਚਿੰਤਨਸ਼ੀਲ ਹੋਣ ਦੇ ਨਾਲ ਨਾਲ ਬਾਬਾ ਜੀ ਨੇ ਬਹੁਤ ਸਾਰੇ ਸਮਾਜਿਕ ਸੁਧਾਰ ਵੀ ਕੀਤੇ, ਜਿਵੇਂ ਜਾਤ ਪਾਤ ਦਾ ਵਖਰੇਵਾਂ ਮਿਟਾਉਣ ਲਈ ਸਭ ਨੂੰ ਇੱਕੋ ਸਫ਼ ਤੇ ਬਿਠਾਇਆ ਜਾਂਦਾ ਸੀ। ਗਰੀਬਾਂ ਦੀ ਧੀਆਂ ਦੇ ਵਿਆਹ ਮੁਕਤ ਕਰਵਾਉਣ ਦੀ ਪ੍ਰਥਾ ਚਲਾਈ। ਨਾ ਦਾਜ ਲੈਣਾ ਤੇ ਨਾ ਦਾਜ ਦੇਣਾ ਬਰਾਤ ਦੇ 11 ਬੰਦੇ ਦੇ ਰਿਵਾਜ ਦਾ ਮੁੱਢ ਸੰਤ ਜੀ ਨੇ ਆਪ ਬੱਧਾ। ਵਿਆਹ ਮੌਕੇ ਹਾਜ਼ਰ ਹੋਏ ਜਾਂਜੀ ਮਾਂਜੀ ਸਭ ਨੂੰ ਦਾਲ ਪ੍ਰਸ਼ਾਦਾ ਦਾ ਸਾਦਾ ਲੰਗਰ ਛਕਾਇਆ ਜਾਂਦਾ ਸੀ। ਹਰ ਪ੍ਰਕਾਰ ਦੇ ਨਸ਼ੇ ਅਤੇ ਮਾਸ ਸ਼ਰਾਬ ਸੇਵਨ ਨੂੰ ਵਰਜਿਤ ਕੀਤਾ ਗਿਆ। ਮੁਕਤ ਗੁਰਬਾਣੀ ਚੇਤਨਾ ਪ੍ਰਵਾਹ ਚਲਾਇਆ। ਬਚਨ ਕੀਤਾ ਕਿ ਆਦ ਜੁਗਾਤ ਰੱਬੀ ਗੁਰਬਾਣੀ ਧੁਰੋਂ ਜੀਵਾਂ ਦੇ ਭਲੇ ਲਈ ਮੁਫਤ ਆਈ ਹੈ। ਇਹ ਪੈਸੇ ਦੇ ਜ਼ੋਰ ਨਾਲ ਖਰੀਦੀ ਹੋਈ ਵਸਤੂ ਨਹੀਂ, ਇਸ ਲਈ ਇਸ ਨੂੰ ਜੀਵਾਂ ਦੇ ਭਲੇ ਦੀ ਖਾਤਰ ਬਗੈਰ ਮਾਇਆ ਲਏ ਤੋਂ ਪ੍ਰਚਾਰਨ ਕਰਨਾ ਚਾਹੀਦਾ ਹੈ। ਗੁਰਬਾਣੀ ਪੜ੍ਹ ਕੇ ਸੁਣਾਉਣਾ, ਕਥਾ ਕੀਰਤਨ ਕਰਨ ਆਦਿ ਦਾ ਕੋਈ ਵੀ ਪੈਸਾ ਨਹੀਂ ਲੈਣਾ ਚਾਹੀਦਾ। ਅਖੰਡ ਪਾਠ ਦੀ ਭੇਟਾ ਆਪ ਜੀ ਨੇ 40 ਰੁਪਏ ਬੱਧੀ। ਅਖੰਡ ਪਾਠ ਕਰਾਉਣ ਲਈ ਨੌਜਵਾਨ ਪੀੜ੍ਹੀ ਨੂੰ ਜਥੇਬੰਦ ਕੀਤਾ। ਇਹ ਪਰੰਪਰਾ ਅੱਜ ਵੀ ਕਈ ਪਿੰਡਾਂ ਵਿੱਚ ਨਿਰੰਤਰ ਜਾਰੀ ਹੈ। ਪੂਰੇ ਗੁਰੂ ਦੀ ਮਿਹਰ ਹੋਵੇ, ਪੂਰਬਲੇ ਕਰਮਾਂ ਨਾਲ ਭਾਗਾਂ ਦਾ ਉਦੈ ਹੋਵੇ ਤਾਂ ਮਨੁੱਖ ਨੂੰ ਸਾਧ ਸੰਗਤ ਅਥਵਾ ਸਾਧੂ ਜਨਾਂ ਦੇ ਸੰਗ ਦੀ ਪ੍ਰਾਪਤੀ ਹੁੰਦੀ ਹੈ। ਅਜਿਹੀ ਉੱਤਮ ਸੰਗਤ ਵਿੱਚੋਂ ਪ੍ਰਭੂ ਦੇ ਨਾਮ ਦਾ ਰੰਗ ਲੱਗਦਾ ਹੈ। ਸੱਚੀ ਸੰਗਤ ਵਿੱਚ ਕੇਵਲ ਇੱਕ ਨਿਰੰਕਾਰ ਅਕਾਲ ਪੁਰਖ ਦੀ ਹੀ ਵਡਿਆਈ ਹੁੰਦੀ ਹੈ। ਪੂਰਾ ਗੁਰੂ ਸ਼ਬਦ ਗੁਰੂ ਕੇਵਲ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਜੋ ਮਹਾਂਪੁਰਸ਼ ਸਾਧੂ ਜਨ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਨ, ਉਹ ਧੰਨ ਹਨ। ਜੋ ਆਪ ਸਵਾਸ ਸਵਾਸ ਨਾਮ ਸਿਮਰਦੇ ਹਨ, ਗੁਰਬਾਣੀ ਅਤੇ ਨਾਮ ਸਿਮਰਨ ਉਹਨਾਂ ਦੀ ਜਾਨ ਹੁੰਦਾ ਹੈ। ਅਜਿਹੇ ਪਰਉਪਕਾਰੀ ਸੰਤ ਜਨ ਅਤੇ ਪ੍ਰਭੂ ਵਿੱਚ ਕੋਈ ਵੀ ਫਰਕ ਨਹੀਂ ਰਹਿ ਜਾਂਦਾ। ਉਹ ਜੋ ਵੀ ਚਿਤਵਦੇ ਜਾਂ ਬੋਲਦੇ ਹਨ, ਉਹ ਰੱਬੀ ਦਰਗਾਹ ਵਿੱਚ ਪ੍ਰਵਾਨ ਹੋ ਕੇ ਅਟਲ ਬਚਨ ਹੋ ਜਾਂਦਾ ਹੈ। ਅਜਿਹੇ ਸੰਤ ਬਚਨ, ਸਾਧ ਬਚਨ, ਅਟਲਾਦੇ ਬਚਨ ਜਨ ਸਧਾਰਨ ਜਾਂ ਪ੍ਰਭੂ ਪਿਆਰਿਆਂ ਲਈ ਮਾਰਗ ਦਰਸ਼ਨ ਸਾਖੀਆਂ ਬਣ ਜਾਂਦੀਆਂ ਹਨ। ਬ੍ਰਹਮ ਗਿਆਨੀ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲਿਆਂ ਦੇ ਜੀਵਨ ਦਰਸ਼ਨ ਵਿੱਚੋਂ ਕੁਝ ਕੁ ਅਜਿਹੀਆਂ ਸਾਖੀਆਂ ਇਸ ਵੀਡੀਓ ਵਿੱਚ ਪੇਸ਼ ਕੀਤੀਆਂ ਜਾ ਰਹੀਆਂ ਹਨ। ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਜੀਵਨ ਮੁਕਤ ਸਨ। ਜੀਵਨ ਮੁਕਤ ਕਿਸ ਨੂੰ ਕਿਹਾ ਜਾਂਦਾ ਹੈ? ਆਓ ਜਰਾ ਵਿਚਾਰ ਕਰ ਲਈਏ। ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਦੇ ਕਰਤਾ ਨੇ ਲਿਖਿਆ ਹੈ, ਜੋ ਵਿਅਕਤੀ ਜੀਵਨ ਦਸ਼ਾ ਵਿੱਚ ਆਤਮ ਗਿਆਨ ਨੂੰ ਪ੍ਰਾਪਤ ਹੋ ਕੇ ਕਰਮ ਜਾਲ ਅਤੇ ਆਵਾਗਮਨ ਤੋਂ ਛੁਟਕਾਰਾ ਪਾਵੇ, ਅਰਥਾਤ ਜੀਵਨ ਦਸ਼ਾ ਵਿੱਚ ਜੋ ਬੰਧਨ ਰਹਿਤ ਹੋਵੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 527 ਤੇ ਲਿਖੀ ਹੋਈ ਤੁਕ ਅਨੁਸਾਰ, ਮਾਨ ਮੋਹ ਦੋਨੋਂ ਕੋ ਪਰਹਰ ਗੋਬਿੰਦ ਕੇ ਗੁਣ ਗਾਵੇ, ਕਹੋ ਨਾਨਕ ਇਹ ਬਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ। ਜੋ ਵਿਅਕਤੀ ਅਕਾਲ ਪੁਰਖ ਜੀ ਦੀ ਆਗਿਆ ਨੂੰ ਆਤਮਿਕ ਤੌਰ ਤੇ ਪਿਆਰ ਕਰਦਾ ਤੇ ਮੰਨਦਾ ਹੈ, ਅਜਿਹਾ ਪਰਮ ਮਨੁੱਖ ਖੁਸ਼ੀ ਗਮੀ ਵਿੱਚ ਅਡੋਲ ਅਤੇ ਆਨੰਦ ਵਿੱਚ ਰਹਿੰਦਾ ਹੈ। ਉਸ ਲਈ ਸੋਨਾ ਅਤੇ ਮਿੱਟੀ ਇੱਕੋ ਜਿਹੇ ਹੀ ਹਨ, ਭਾਵੇਂ ਅੰਮ੍ਰਿਤ ਹੋਵੇ ਭਾਵੇਂ ਜ਼ਹਿਰ, ਉਸ ਲਈ ਦੋਵੇਂ ਬਰਾਬਰ ਹਨ। ਉਸ ਲਈ ਸਨਮਾਨ ਅਤੇ ਬੇਇੱਜ਼ਤੀ ਵੀ ਇੱਕੋ ਜਿਹੇ ਹੁੰਦੇ ਹਨ। ਗਰੀਬੀ ਅਤੇ ਅਮੀਰੀ ਵਿੱਚ ਸਦਾ ਆਨੰਦ ਅਡੋਲ ਹੀ ਰਹਿੰਦਾ ਹੈ। ਜਿਸ ਤਰ੍ਹਾਂ ਦਾ ਅਤੇ ਜਿਵੇਂ ਵੀ ਪਰਮਾਤਮਾ ਦਾ ਹੁਕਮ ਹੋਵੇ, ਉਹ ਉਸ ਦੀ ਰਜ਼ਾ ਵਿੱਚ ਰਾਜੀ ਰਹਿੰਦਾ ਹੈ। ਵਾਸਤਵ ਵਿੱਚ
ਅਜਿਹੇ ਵਡਭਾਗੇ ਉੱਚੇ ਵਿਅਕਤੀ ਦਾ ਨਾਮ ਹੀ ਜੀਵਨ ਮੁਕਤ ਹੈ। ਉਹ ਮਨੁੱਖ ਸਰੀਰ ਵਿੱਚ ਹੁੰਦਿਆਂ ਹੋਇਆਂ ਹਰ ਵੇਲੇ ਪ੍ਰਭੂ ਪਿਤਾ ਨਾਲ ਜੁੜਿਆ ਹੋਇਆ ਹੁੰਦਾ ਹੈ। ਸਾਡੇ ਗੁਰੂ ਪਿਤਾ ਜੀ ਅਜਿਹੇ ਵਡਭਾਗੇ ਮਨੁੱਖ ਦੀਆਂ ਨਿਸ਼ਾਨੀਆਂ ਇਸ ਪ੍ਰਕਾਰ ਦੱਸਦੇ ਹਨ। ਪ੍ਰਭੂ ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸਉ ਕਹਾਵੇ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸੁਰਵਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਉ ਪੁਰਖ ਕਹੀਐ ਜੀਵਨ ਮੁਕਤ। ਜੀਵਨ ਮੁਕਤ ਸਪਸ਼ਟ ਹੈ ਕਿ ਜਿਹੜੇ ਮਹਾਪੁਰਸ਼ ਨਾਮ ਸਿਮਰਨ ਅਤੇ ਧੁਰ ਕੀ ਬਾਣੀ ਦੁਆਰਾ ਆਪਣੇ ਜੀਵਨ ਕਾਲ ਵਿੱਚ ਰਹਿੰਦਿਆਂ ਹੋਇਆਂ ਸਭ ਪ੍ਰਕਾਰ ਦੇ ਵਿਕਾਰਾਂ ਤੋਂ ਰਹਿਤ ਹੋ ਕੇ, ਆਪਣੇ ਮਨ ਨੂੰ ਵਸ ਵਿੱਚ ਕਰਕੇ, ਹਉਮੈ ਰਹਿਤ ਹੋ ਕੇ, ਸਭ ਪ੍ਰਕਾਰ ਦੇ ਦੈਵੀ ਗੁਣਾਂ ਦੇ ਧਾਰਨੀ ਹੋ ਕੇ ਸਦਾ ਹੀ ਰੱਬੀ ਹੁਕਮ ਵਿੱਚ ਲੀਨ ਰਹਿੰਦੇ ਹਨ। ਅਜਿਹੇ ਸਾਧੂ ਜਨ ਜਿਉਂਦੇ ਹੀ ਮੁਕਤ ਹਨ। ਉਹਨਾਂ ਨੂੰ ਸਰੀਰ ਤਿਆਗਣ ਤੋਂ ਬਾਅਦ ਹੋਰ ਕਿਸੇ ਵਿਸ਼ੇਸ਼ ਮੁਕਤੀ ਦੀ ਲੋੜ ਨਹੀਂ ਰਹਿੰਦੀ। ਗੁਰਬਾਣੀ ਦੀ ਰੋਸ਼ਨੀ ਵਿੱਚ ਹੁਣ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਜੀਵਨ ਬਾਰੇ ਜਰਾ ਕੁ ਝਾਤ ਮਾਰ ਲਈਏ। ਸੰਤ ਜੀ ਦਾ ਇੱਕ ਪੁੱਤਰ ਜੋਗਿੰਦਰ ਸਿੰਘ, ਜੋ ਪਰ ਨੌਜਵਾਨੀ ਉਮਰ ਵਿੱਚ 22 ਕੁ ਸਾਲ ਵਿੱਚ ਅਕਾਲ ਚਲਾਣਾ ਕਰ ਗਿਆ ਸੀ, ਸੰਤ ਜੀ ਨਾਲ ਲੋਕ ਸੋਗ ਕਰਨ ਲਈ ਆਉਣ ਤਾਂ ਸੰਤ ਜੀ ਅਜਿਹੀ ਅਵਸਥਾ ਵਿੱਚ ਅਡੋਲ ਆਨੰਦ ਵਿੱਚ ਹੀ ਰਹੇ। ਸਭ ਨੂੰ ਇਹੀ ਕਹਿਣ, ਜਿਸ ਨੇ ਦਿੱਤਾ ਉਹ ਲੈ ਗਿਆ, ਸਭ ਭਲਾ ਭਲਾ ਆਖੋ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਉਹਨਾਂ ਨੇ ਪਰਮਾਤਮਾ ਦੀ ਆਗਿਆ ਨੂੰ ਮਨ ਵਿੱਚ ਮਿੱਠਾ ਕਰਕੇ ਮੰਨਿਆ। ਕੀ ਆਗਿਆ ਆਤਮ ਹਿਤਾਵੇ, ਜੀਵਨ ਮੁਕਤ ਸਉ ਕਹਾਵੇ। ਸੰਤ ਜੀ ਦੀ ਮਾਤਾ ਨੇ ਬੜੀ ਰੀਝ ਨਾਲ ਪੁੱਤਰ ਨੂੰ ਸੋਨੇ ਦੀ ਭਾਰੀ ਅੰਗੂਠੀ ਬਣਵਾ ਕੇ ਦਿੱਤੀ ਅਤੇ ਸੰਤ ਜੀ ਦੀ ਉਂਗਲੀ ਵਿੱਚ ਪਾ ਦਿੱਤੀ। ਅਗਲੇ ਦਿਨ ਇਸੇ ਪਿੰਡ ਦਾ ਹੀ ਇੱਕ ਗਰੀਬ ਵਿਅਕਤੀ ਸੰਤ ਜੀ ਦੇ ਕੋਲ ਆ ਕੇ ਤਰਲੇ ਲੈ ਲੈ ਕੇ ਹੱਥ ਜੋੜ ਕੇ ਕਹਿਣ ਲੱਗਾ, ਹਜ਼ਾਰਾ ਸਿਆਂ, ਮੇਰੇ ਹੱਥ ਪੱਲੇ ਕੁਝ ਵੀ ਨਹੀਂ ਤੇ ਵਿਚੋਲਿਆਂ ਦੇ ਕਹਿਣ ਤੇ ਮਜਬੂਰ ਹੋ ਕੇ ਮੈਨੂੰ ਧੀ ਦਾ ਵਿਆਹ ਦੇਣਾ ਪੈ ਗਿਆ ਹੈ। ਜੇ ਅਜੇ ਨਾ ਵਿਆਹ ਲੈਂਦਾ ਤਾਂ ਉਹ ਦਬਕੇ ਮਾਰਦੇ ਸਨ। ਮੇਰੀ ਗਰੀਬ ਦੀ ਕੁਝ ਮਦਦ ਕਰ। ਹੁਣ ਤੇ ਸਾਹੀ ਚਿੱਠੀ ਵੀ ਤੋਰ ਦਿੱਤੀ ਹੈ। ਮੇਰਾ ਵੀਰ, ਮੇਰੀ ਗਰੀਬ ਦੀ ਬਾਂਹ ਜ਼ਰੂਰ ਫੜ। ਸੰਤ ਜੀ ਨੇ ਆਪਣੇ ਹੱਥ ਵਿੱਚ ਪਾਈ ਹੋਈ ਉਹ ਸੋਨੇ ਦੀ ਭਾਰੀ ਅੰਗੂਠੀ ਲਾ ਕੇ ਉਸ ਨੂੰ ਦੇ ਦਿੱਤੀ ਤੇ ਉਹ ਗਰੀਬ ਅਸੀਸਾਂ ਦਿੰਦਾ ਹੋਇਆ ਖਿੜੇ ਹੋਏ ਚਿਹਰੇ ਨਾਲ ਗਿਆ। ਤੈਸਾ ਸਰਵਨ ਤੈਸੀ ਉਸ ਮਾਟੀ, ਜੀਵਨ ਮੁਕਤ। ਉਹਨਾਂ ਲਈ ਸੋਨਾ ਅਤੇ ਮਿੱਟੀ ਵੀ ਬਰਾਬਰ ਹੀ ਸਨ। ਸਾਧ ਸੰਗਤ ਜੀ, ਅੱਗੇ ਦੀ ਸਾਖੀ ਅਸੀਂ ਦੂਜੇ ਭਾਗ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।